प्यारे बच्चों, साडा जिहड़ा अज दा टॉपिक है एक्सप्रैशन फॉर इंटरनल रजिस्टेंस ऑफ द सैल। अज सैल दा जिहड़ा इंटरनल रजिस्टेंस है ओदा फॉर्मूला असी डराइव करन जा रहे हैं। इंटरनल रजिस्टेंस बारे असी ऑलरेडी पिछले लैक्चर विच असी डिस्कस कीता कि जदों भी करंट जिहड़ा है सैल दे विचों निकलदा है पॉजिटिव टर्मिनल तो लैके उस तो बाद जदों करंट नैगेटिव टर्मिनल ते पहुंचदा है दैन लूप ऑफ करंट एस कंप्लीट जिहड़ा है लूप तां ही होएगा जेकर करंट नू नैगेटिव तो पॉजिटिव टर्मिनल ते पहुंचाया जाए। फिर करंट नू जिहड़ा सैल दे विचों लंघना पैंदा है। वायर विचों करंट दी डायरेक्शन होंदी है पॉजिटिव टू नैगेटिव टर्मिनल, बाद विचों करंट ने सैल दे विचों लंघना हुंदा है ते सैल दा जिहड़ा इलैक्ट्रोलाइट है ਉਹ करंट ਨੂੰ फ्लो होने ਦੇ ਵਿੱਚ opposition ਜਿਹੜੀ ਹੈ ऑफर करता है and that opposition faced by या imposed by the electrolyte is called internal resistance। ਜਿਹੜੀ resistance electrolyte ਨੇ ਪੈਦਾ ਕੀਤੀ करंट ਦੇ flow ਹੋਣ ਦੇ ਵਿੱਚੋਂ ਉਸ ਨੂੰ ਅਸੀਂ ਜਿਹੜਾ ਹੈ internal resistance ਕਹਿੰਦੇ ਹਾਂ। ਤੇ ਇੰਟਰਨਲ ਰੈਜ਼ਿਸਟੈਂਸ ਨੂੰ ਅਸੀਂ ਜਿਹੜਾ ਹੈ ਸਮਾਲ r ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ। ਇਹਦੇ ਵਿੱਚ ਦੇਖੋ ਡਾਇਗਰਾਮ ਦੇ ਵਿੱਚ ਸਾਡੇ ਕੋਲ ਆ ਇੱਕ ਸੈੱਲ ਹੈ ਜਿਹਦੀ EMF ਜਿਹੜੀ ਹੈ EMF ਜਿਹੜੀ ਟਰਮ ਹੈ ਸੋਰਸ ਆਫ ਕਰੰਟ ਵਾਸਤੇ ਆਪਾਂ ਵਰਤਦੇ ਹਾਂ ਕਿ ਸਾਰਾ ਕਰੰਟ ਨੂੰ ਚਲਾਉਣ ਵਾਲਾ ਮੇਨ E। ਇਸ ਸੈੱਲ ਦੇ ਥੱਲੇ ਦੇਖੋ ਅਸੀਂ ਇੱਕ ਸਮਾਲ ਰੈਜ਼ਿਸਟੈਂਸ ਵਾਈ ਹੋਈ ਹੈ। This is the internal resistance of the cell। ਇਹ ਜਿਹੜਾ ਅੰਦਰ ਇਲੈਕਟ੍ਰੋਲਾਈਟ ਹੈ ਉਹਦੇ ਕਰਕੇ ਜਿਹੜੀ ਆ ਰੈਜ਼ਿਸਟੈਂਸ ਜਿਹੜੀ ਸਾਡੀ ਆਫਰ ਹੋਈ। This is the internal resistance। ਇੱਕ ਤੁਹਾਡੇ ਕੋਲ ਹੈ ਕੈਪੀਟਲ R ਹੈ, ਇਹਨੂੰ ਅਸੀਂ ਪੜ੍ਹਦੇ ਹਾਂ ਐਕਸਟਰਨਲ ਰੈਜ਼ਿਸਟੈਂਸ। ਜਿਹੜਾ ਸੈੱਲ ਜਿਹਨੂੰ ਅਸੀਂ ਇਹ ਕਰੰਟ ਦੀ ਸਾਰੀ ਸਪਲਾਈ ਦੇਣੀ ਹੈ, ਇਟ ਮੇ ਬੀ ਬਲਬ, ਕੋਈ ਵੀ ਚੀਜ਼ ਹੋ ਸਕਦੀ ਹੈ। This is the external resistance। एक्सटर्नल रेजिस्टेंस ਨੂੰ कैपिटल R ਨਾਲ ਲਿਖਦੇ ਹਾਂ and this is the internal resistance। ਤੇ ਤੁਸੀਂ ਪਿਛਲੇ ਲੈਕਚਰ ਵਿੱਚ ਸੁਣਿਆ ਹੋਵੇਗਾ ਕਿ ਇੰਟਰਨਲ ਰੈਜ਼ਿਸਟੈਂਸ ਤੇ ਐਕਸਟਰਨਲ ਰੈਜ਼ਿਸਟੈਂਸ ਜਿਹੜੇ ਨੇ both are in series। ਇਹ ਦੋਨੋਂ ਰੈਜ਼ਿਸਟੈਂਸ ਜਿਹੜੇ ਨੇ ਸਾਡੇ ਉਹ ਸੀਰੀਜ਼ 'ਚ ਹੁੰਦੇ ਨੇ। ਕਈ ਵਾਰੀ ਅਸੀਂ ਆਹ ਵਾਲਾ ਜਿਹੜਾ ਰੈਜ਼ਿਸਟੈਂਸ ਹੈ ਲਾਈਕ ਦਿਸ ਇੱਥੇ ਵੀ ਆਪਾਂ ਨਾਲ ਹੀ ਇੱਥੇ ਸ਼ੋ ਕਰ ਸਕਦੇ ਹਾਂ। ਜੇ ਇੱਥੇ ਨਹੀਂ ਲਿਖਣਾ, ਜੇ ਰੈਜ਼ਿਸਟੈਂਸ ਤੁਸੀਂ ਇੱਥੇ ਨਹੀਂ ਲਿਖਣਾ ਚਾਹੁੰਦੇ ਫਿਰ ਤੁਸੀਂ ਜਿਹੜਾ ਹੈ ਰੈਜ਼ਿਸਟੈਂਸ ਨੂੰ ਇੱਥੇ ਸ਼ੋ ਕਰ ਸਕਦੇ ਹੋ। ਵੈਸੇ ਆਹ ਰੈਜ਼ਿਸਟੈਂਸ ਜਿਹੜਾ ਸੈੱਲ ਦੇ ਅੰਦਰ ਹੀ ਹੈ। ਜਿਹੜਾ ਕਰੰਟ R ਵਿੱਚੋਂ ਲੰਘੇਗਾ ਸੋ ਸੇਮ ਕਰੰਟ ਜਿਹੜਾ ਹੈ ਸਮਾਲ r ਦੇ ਵਿੱਚੋਂ ਵੀ ਲੰਘੇਗਾ। ਤੇ ਕਰੰਟ ਜਦੋਂ ਸੇਮ ਲੰਘਦਾ ਹੈ, ਸਿੰਗਲ ਪਾਥ ਹੈ ਕਰੰਟ ਦਾ, ਤੇ ਅਸੀਂ ਕਹਿੰਦੇ ਆ ਕਿ ਇਹ ਦੋਨੋਂ ਰੈਜ਼ਿਸਟੈਂਸ ਜਿਹੜੇ ਨੇ ਸਾਡੇ ਦੇ ਆਰ ਇਨ ਸੀਰੀਜ਼। ਇੱਥੋਂ ਪਤਾ ਲੱਗਦਾ ਕਿ ਇਹ ਦੋਨੋਂ ਰੈਜ਼ਿਸਟੈਂਸ ਤੁਹਾਡੇ ਜਿਹੜੇ ਨੇ ਉਹ ਸੀਰੀਜ਼ 'ਚ ਹੈਗੇ ਨੇ। ਨਾਓ ਸਭ ਨਾਲ ਪਹਿਲਾਂ ਜਿਹੜਾ ਅਸੀਂ ਇਹਨੂੰ ਡਿਸਕਸ ਕਰਦੇ ਆ, ਇੱਥੇ ਮੈਂ ਕੋਈ ਪੁਆਇੰਟ A ਤੇ C ਲਿਖਿਆ। A ਪੁਆਇੰਟ ਤੇ C ਪੁਆਇੰਟ ਨੂੰ ਅਸੀਂ ਦੇਖੋ ਜੁਆਇਨ ਕੀਤਾ ਵਿਦ ਦਾ ਹੈਲਪ ਆਫ ਅ ਵਾਇਰ। ਤੇ ਵਾਇਰ ਕਿਹੜੀ ਹੈ, ਕਾਪਰ ਹੈ ਜਾਂ ਸਿਲਵਰ, ਕੋਈ ਵੀ ਅਸੀਂ ਵਾਇਰ ਗੁੱਡ ਕੰਡਕਟਰ ਦੇ ਨਾਲ ਅਸੀਂ ਇਹਨੂੰ ਜੋੜ ਦਿੱਤਾ। ਅਸੀਂ ਵਾਇਰ ਦੀ ਜਿਹੜੀ ਰੈਜ਼ਿਸਟੈਂਸ ਹੈ ਉਹਨੂੰ ਅਸੀਂ ਕਾਊਂਟ ਨਹੀਂ ਕਰ ਰਹੇ ਕਿਉਂਕਿ ਜਿਹੜਾ ਗੁੱਡ ਕੰਡਕਟਰ ਹੁੰਦਾ ਹੈ ਉਹਦੀ ਰੈਜ਼ਿਸਟੈਂਸ ਬਹੁਤ ਸਮਾਲ ਹੁੰਦੀ ਹੈ। ਕਾਪਰ ਹੋ ਗਈ। ਨਾਓ ਜੇਕਰ ਇਹ ਦੋ ਪੁਆਇੰਟਸ ਨੂੰ ਅਸੀਂ ਜਿਹੜਾ ਜੋੜਿਆ ਹੈ, ਇੱਕ ਰੈਜ਼ਿਸਟੈਂਸ ਵਾਲਾ ਪੁਆਇੰਟ, ਇੱਕ ਹੈ ਪੋਜ਼ਿਟਿਵ ਟਰਮੀਨਲ ਵਾਲਾ ਪੁਆਇੰਟ, ਜੇ ਇਹਨੂੰ ਅਸੀਂ ਵਾਇਰ ਦੇ ਨਾਲ ਜੋੜਤਾ ਤੇ ਇਟ ਮੀਨਸ ਕਿ ਇਹਨਾਂ ਦੋਨਾਂ ਦਾ ਜਿਹੜਾ ਹੈ ਪੋਟੈਂਸ਼ੀਅਲ ਸੇਮ ਹੋਏਗਾ। ਕਾਰਨ ਕਿਉਂਕਿ ਇਸ ਵਾਇਰ ਦੀ ਆਪਣੀ ਕੋਈ ਵੀ ਜਿਹੜੀ ਹੈ ਰੈਜ਼ਿਸਟੈਂਸ ਨਹੀਂ ਹੈ, ਇਹਦਾ ਪੋਟੈਂਸ਼ੀਅਲ ਤੇ ਇਸ ਪੁਆਇੰਟ ਦਾ ਜਿਹੜਾ ਪੋਟੈਂਸ਼ੀਅਲ ਹੈ ਉਹ ਸੇਮ ਹੋਏਗਾ। ਐਂਡ ਯੂ ਕੈਨ ਰਾਈਟ ਹੇਅਰ ਆਲਸੋ ਐਜ਼ A। ਇੱਥੇ ਵੀ ਅਸੀਂ ਇਹਨੂੰ A ਹੀ ਲਿਖ ਸਕਦੇ ਹਾਂ ਬਿਕੋਜ਼ they have same potential।
क्योंकि सीधा ही वायर दे नाल जुड़िया है ते वायर दी अपनी कोई रजिस्टेंस नहीं है। ते जे इहदी रजिस्टेंस होंदी ते त्यों जदों करंट जांदा ते पोटेंशियल जिहड़ा अगे जाके घटना चाहिदा सी, पर यह वायर दी कोई रजिस्टेंस ना होने करके इन्हां दोनों दा पोटेंशियल सेम। सिमिलरली आ दो पॉइंट्स ने साडे कोल, एक सी है ते एक साडे कोल डी पॉइंट है। इन्हां दोनों दा पोटेंशियल भी जिहड़ा है साडा सेम होएगा, कारण क्योंकि आ रजिस्टेंस इहदे अंदर ही है। ਇਹਦਾ मतलब जे है पोटेंशियल सेम है then you can also write here it as C। ਇੱਥੇ ਵੀ ਮੈਂ ਜਿਹੜਾ ਹੈ C ਲਿਖ ਸਕਦਾ ਕਿਉਂਕਿ ਇਹਨਾਂ ਦੋਨਾਂ ਦਾ पोटेंशियल सेम। नाउ जिन्ना पोटेंशियल डिफरेंस आ दो पॉइंटां च होएगा उन्ना ही पोटेंशियल डिफरेंस मेरा इन्हां दोनों पॉइंटां च होएगा, क्योंकि आ पोटेंशियल ते आ पोटेंशियल सेम है। मान लो है 4 वोल्ट है, ਇਹ 1 वोल्ट है तो डिफरेंस 3 आएगा, ते आ भी 4 है आ भी 1 है तो डिफरेंस साडा जिहड़ा वो 3 आएगा। कहने का मतलब जिन्ना पोटेंशियल डिफरेंस इत्थे होएगा, जिन्ना पोटेंशियल डिफरेंस साडा इस सैल दे अक्रॉस होएगा इत्थे, उन्ना ही पोटेंशियल डिफरेंस साडा ए ते सी दे विचकार होएगा। नाउ इत्थे कितना पोटेंशियल डिफरेंस होएगा, करंट कितना आ रहा विचों I, जदों करंट विचों लंघ के जाएगा ਤੇ ਇੱਥੇ ਜਿਹੜਾ ਹੈ ਓਮਸ ਲਾਅ ਦੇ ਅਕੋਰਡਿੰਗ ਪੋਟੈਂਸ਼ੀਅਲ ਜਿਹੜਾ ਡਿਫਰੈਂਸ ਕ੍ਰੀਏਟ ਹੋਏਗਾ IR। ਇਹਦਾ ਮਤਲਬ ਜੇ ਇੱਥੇ ਪੋਟੈਂਸ਼ੀਅਲ ਡਿਫਰੈਂਸ IR ਹੈ ਤੇ ਇੱਥੇ ਵੀ ਸਾਡਾ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਜਿਹੜਾ ਹੋਏਗਾ ਉਹ IR ਦੇ ਇਕੁਅਲ ਹੋਏਗਾ। ਨਾਓ ਇਸ ਚੀਜ਼ ਨੂੰ ਜਿਹੜਾ ਧਿਆਨ 'ਚ ਰੱਖਣਾ ਹੈ ਤੇ ਅੱਗੇ ਜਿਹੜਾ ਅਸੀਂ ਇਹਨੂੰ ਯੂਜ਼ ਕਰਾਂਗੇ। ਨਾਓ ਇਹਦੇ ਵਿੱਚ ਜਿਹੜਾ ਕਰੰਟ ਫਲੋ ਹੋ ਰਿਹਾ ਰੈਜ਼ਿਸਟੈਂਸ R ਦੇ ਵਿੱਚੋਂ, ਇਸ ਕਰੰਟ ਨੂੰ ਫਲੋ ਕਰਾਉਣ ਵਾਲੀ ਸਾਡੀ ਹੈਗੀ ਆ EMF। ਇਹ EMF ਕੀ ਚੀਜ਼ ਹੈ, ਵਰਕ ਡਨ ਪਰ ਯੂਨਿਟ ਚਾਰਜ। ਚਾਰਜ ਨੂੰ ਇਹਨੇ ਮੂਵ ਕਰਵਾਉਣ ਦਾ ਇਹਨੇ ਵਰਕ ਕਰਨਾ ਹੁੰਦਾ, ਦੈਟ ਇਜ਼ ਦਾ ਫੰਕਸ਼ਨ ਆਫ EMF। ਇਹਦਾ मतलब ਇਹ वर्क करेगी, वर्क करना मतलब है ਇਹ એનર્ਜੀ ਨੂੰ ਸਪਲਾਈ ਕਰੇਗੀ, ਫਿਰ ਕਰੰਟ ਜਿਹੜਾ ਹੈ ਸਾਰਾ ਸਰਕਟ ਵਿੱਚ ਜਿਹੜਾ ਹੈ ਉਹ ਮੂਵ ਕਰੇਗਾ। ਨਾਓ ਵਰਕ ਡਨ ਦਾ ਫਾਰਮੂਲਾ ਅਸੀਂ ਪੜਿਆ, ਚਾਰਜ ਨੂੰ ਪੋਟੈਂਸ਼ੀਅਲ ਡਿਫਰੈਂਸ ਦੇ ਨਾਲ ਜਿਹੜਾ ਹੈ ਅਸੀਂ ਮਲਟੀਪਲਾਈ ਕਰਦੇ ਹਾਂ। ਅਸੀਂ ਆਲਰੇਡੀ ਪੜ ਚੁੱਕੇ ਹਾਂ ਪਿਛਲੇ ਲੈਕਚਰ 'ਚ ਵੀ ਦੇਖੋ। ਨਾਓ ਜਿਹੜਾ ਆ ਵਰਕ ਹੋ ਗਿਆ ਚਾਰਜ ਦਾ ਫਾਰਮੂਲਾ IT। मान लो टाइम t वास्ते जिहड़ा है चार्ज फ्लो किया ते चार्ज की वैल्यू होगी IT ते पोटेंशियल डिफरेंस का मतलब E जिहड़ा मेन EMF है जिहड़ा सारा ए वर्क कर रही है। नाउ इट इज इक्वल टू EIT। दिस इज अ एनर्जी सप्लाइड। ए साडी जिहड़ी है एनर्जी जिहड़ी सप्लाई कर रही है, कौन कर रही है सप्लाई, साडी जिहड़ी बैटरी या सैल है ਇਹ ਇੰਨੀ એનર્ਜੀ ਸਪਲਾਈ ਕਰ ਰਹੀ ਹੈ। ਇਹਦੇ ਕਰਕੇ ਕਰੰਟ ਫਲੋ ਹੋਣਾ ਸ਼ੁਰੂ ਹੋ ਗਿਆ ਤੇ ਜਦੋਂ ਕਰੰਟ R ਵਿੱਚੋਂ ਲੰਘੇਗਾ ਤੇ ਸਮਾਲ r ਦੇ ਵਿੱਚੋਂ ਲੰਘੇਗਾ ਤੇ ਤੁਹਾਨੂੰ ਪਤਾ ਹੈ ਕਿ ਇੱਥੇ ਹੀਟ ਪ੍ਰੋਡਿਊਸ ਹੋਏਗੀ। ਜਦੋਂ ਵੀ ਵਾਇਰ ਵਿੱਚ ਤੁਸੀਂ ਦੇਖਿਆ ਕਰੰਟ ਪਾਸ ਕਰਦੇ ਆ ਤੇ ਵਾਇਰ ਸਾਡੀ ਗਰਮ ਹੋ ਜਾਂਦੀ। ਕਿਉਂ? ਕਿਉਂਕਿ ਵਾਇਰ ਦੀ ਭਾਵੇਂ ਰੈਜ਼ਿਸਟੈਂਸ ਜਿੰਨੀ ਮਰਜ਼ੀ ਘੱਟ ਹੈ, ਥੋੜੀ ਬਹੁਤੀ ਤੇ ਹੁੰਦੀ ਹੈ, ਤੇ ਉਹ ਰੈਜ਼ਿਸਟੈਂਸ ਕਰਕੇ ਹੀਟ ਜਿਹੜੀ ਹੈ ਅੱਗੇ ਪੈਦਾ ਹੋ ਜਾਂਦੀ ਹੈ। ਨਾਓ ਇੱਥੇ ਵੀ ਹੀਟ ਪੈਦਾ ਹੋਏਗੀ ਤੇ ਇੱਥੇ ਵੀ ਹੀਟ ਪੈਦਾ ਹੋਏਗੀ ਤੇ ਇਹਦਾ ਮਤਲਬ ਹੈ ਟੋਟਲ ਜਿਹੜੀ ਹੀਟ ਪ੍ਰੋਡਿਊਸਡ ਹੋਏਗੀ ਉਹ ਕਿਹਦੇ ਇਕੁਅਲ ਆਏਗੀ ਸਾਡੇ ਕੋਲ। ਹੀਟ ਦਾ ਫਾਰਮੂਲਾ ਅਸੀਂ ਪਹਿਲਾਂ ਵੀ ਡਿਸਕਸ ਕੀਤਾ ਸੀ, I² RT plus I² RT। ਹੀਟ ਦਾ ਫਾਰਮੂਲਾ ਹੁੰਦਾ ਹੈ I² RT। ਇਹ ਵੈਸੇ ਅਸੀਂ ਨੈਕਸਟ ਜਿਹੜਾ ਸਾਡਾ ਇੱਕ ਚੈਪਟਰ ਆਏਗਾ ਜਾਊਲਸ ਲਾਅ ਆਫ ਹੀਟਿੰਗ ਇਫੈਕਟ, ਉਹਦੇ ਵਿੱਚ ਅਸੀਂ ਮੇਨ ਨੂੰ ਡਿਸਕਸ ਕਰਾਂਗੇ। ਹੱਲੇ ਯਾਦ ਰੱਖਣਾ ਹੈ ਕਿ ਜਦੋਂ ਵੀ ਰੈਜ਼ਿਸਟੈਂਸ ਵਿੱਚੋਂ ਕਰੰਟ ਲੰਘਦਾ ਹੈ ਤੇ ਉਹ ਗਰਮ ਹੁੰਦਾ ਹੈ ਤੇ ਇੰਨੀ ਹੀਟ ਪੈਦਾ ਹੁੰਦੀ ਹੈ I² RT, ਤੇ ਇੱਥੇ ਰੈਜ਼ਿਸਟੈਂਸ ਸਮਾਲ r ਹੋਣ ਕਰਕੇ I² RT। ਇਹ ਟੋਟਲ ਹੀਟ ਪ੍ਰੋਡਿਊਸ ਹੋ ਗਈ। ਉਹਨੇ ਟੋਟਲ ਹੀਟ ਆਈ ਕਿੱਥੋਂ, ਜਿਹੜੀ એનર્ਜੀ ਜਿਹੜੀ ਹੈ ਜਿਹੜਾ ਵਰਕ ਬੈਟਰੀ ਨੇ ਕੀਤਾ। ਇਹਦਾ ਮਤਲਬ this energy supplied will get converted into this much amount of heat। ਇਹ ਜਿਹੜੀ એનર્ਜੀ ਹੈ ਇਹ ਜਿਹੜੀ ਸਾਡੀ ਹੀਟ ਦੇ ਵਿੱਚ ਜਿਹੜੀ ਹੈ ਸਾਡੀ ਉਹ ਕਨਵਰਟ ਹੋ ਗਈ
ਤੇ ਸਾਡੇ ਕੋਲ ਕੀ ਆਏਗਾ EIT become equal to ਕੀ ਦੇ ਇਕੁਅਲ ਆ ਗਿਆ ਸਾਡੇ ਕੋਲ ਆ ਜਾਏਗਾ I square RT plus I square RT now EIT equal to I square ਬਾਹਰ ਕੱਢ ਲਿਆ ਤੇ T ਵੀ ਕਾਮਨ ਅਸੀਂ ਬਾਹਰ ਕੱਢ ਲਿਆ ਤੇ ਸਾਡੇ ਕੋਲ ਅੰਦਰ ਰਹਿ ਗਿਆ R plus R T ਨਾਲ T ਕੈਂਸਲ ਇੱਕ I ਦੇ ਨਾਲ ਜਿਹੜਾ ਹੈ ਸਕੁਅਰ ਸਾਡਾ ਕੈਂਸਲ ਹੋ ਗਿਆ ਸਾਡੇ ਕੋਲ ਰਹਿ ਗਿਆ E is equal to I ਤੇ ਨੀਚੇ ਆ ਗਿਆ ਸਾਡੇ ਕੋਲ R plus R ਨਾਓ ਸਾਡੇ ਕੋਲ ਕੀ ਬਚੇਗਾ I ਦੀ ਵੈਲਿਊ ਵਿੱਚੋਂ ਨਿਕਾਲ ਲਓ ਨਾਓ I will be equal to I ਦੀ ਵੈਲਿਊ ਆ ਜਾਏਗੀ E divided by R plus R now this is the expression for current ਇਨਾ ਕਰੰਟ ਜਿਹੜਾ ਹੈ ਇਸ ਸਰਕਟ ਦੇ ਵਿੱਚ ਜਿਹੜਾ ਹੈ ਚੱਲਦਾ ਪਿਆ and this equation is called ਇਸ ਨੂੰ ਅਸੀਂ ਬੋਲਦੇ ਹਾਂ ਸਰਕਟ ਇਕੁਏਸ਼ਨ this equation is known as circuit equation ਇਥੇ ਇੱਕ ਚੀਜ਼ ਨੋਟ ਕਰੋ ਕਿ ਕਰੰਟ ਨੂੰ ਚਲਾਉਣ ਵਾਲਾ ਕੌਣ source of EMF ਇਹ ਆ ਗਿਆ E ਤੇ ਇਹ ਦੋਨੋਂ ਪਲੱਸ ਕਿਉਂ ਹੋ ਗਏ ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਕਿ ਇੰਟਰਨਲ ਰੈਜ਼ਿਸਟੈਂਸ ਤੇ ਐਕਸਟਰਨਲ ਰੈਜ਼ਿਸਟੈਂਸ ਜਿਹੜੇ ਨੇ both are connected in series ਇਹ ਦੋਨੋਂ ਸੀਰੀਜ਼ ਚ ਹੋਣ ਕਰਕੇ ਇਹਨਾਂ ਨੂੰ ਅਸੀਂ ਸਿੱਧਾ ਹੀ ਐਡ ਕਰ ਲਿਆ ਹੈ ਇਹਦਾ ਮਤਲਬ ਜੇਕਰ ਸਾਡੇ ਕੋਲ ਸੈੱਲ ਹੋਵੇ ਤੇ ਸੈੱਲ ਦਾ ਸਾਨੂੰ ਇੰਟਰਨਲ ਰੈਜ਼ਿਸਟੈਂਸ ਗਿਵਨ ਹੋਵੇ ਫਿਰ ਕਰੰਟ ਨਿਕਾਲਣਾ ਹੋਵੇ ਸਰਕਟ ਦੇ ਵਿੱਚੋਂ ਤੇ ਧਿਆਨ ਰੱਖਣਾ ਹੈ ਜਿੰਨੇ ਵੋਲਟ ਗਿਵਨ ਨੇ ਉਹਨੂੰ ਡਿਵਾਈਡ ਕਰ ਦੋ ਮੇਨ ਫਾਰਮੂਲਾ ਉਹੀ ਹੈ V IR ਤੇ I ਦਾ ਫਾਰਮੂਲਾ ਹੁੰਦਾ ਹੈ ਸਾਡੇ ਕੋਲ V/R ਕਰੰਟ ਉੱਤੇ ਵੋਲਟ ਆ ਗਏ ਇੱਥੇ EMF ਸੀ ਤੇ R ਰੈਜ਼ਿਸਟੈਂਸ ਹੁੰਦਾ ਹੈ ਤੇ ਇੱਥੇ ਸਾਡੇ ਕੋਲ ਟੋਟਲ ਰੈਜ਼ਿਸਟੈਂਸ ਸੀਰੀਜ਼ ਕੰਬੀਨੇਸ਼ਨ ਦਾ ਅਸੀਂ ਜਿਹੜਾ ਹੈ ਉੱਥੇ ਲਗਾ ਦਿੱਤਾ ਨਾਓ this is called circuit equation ਇਹਨੂੰ ਯਾਦ ਕਰ ਲਓ I E/R plus R in case numerical ਦੇ ਵਿੱਚ ਸਾਨੂੰ ਇੰਟਰਨਲ ਰੈਜ਼ਿਸਟੈਂਸ ਗਿਵਨ ਨਹੀਂ ਹੈ ਮੰਨ ਲਓ ਸੈੱਲ ਸਾਡਾ ਇਸ ਤਰ੍ਹਾਂ ਦਾ ਹੈ ਉਹਦੀ ਇੰਟਰਨਲ ਰੈਜ਼ਿਸਟੈਂਸ ਹੈ ਹੀ ਨਹੀਂ ਤੇ ਫਿਰ ਇੱਥੇ ਤੁਸੀਂ ਜਿਹੜਾ ਹੈ ਸਮਾਲ r ਨੂੰ 0 ਪੁੱਟ ਕਰ ਦੋਗੇ ਤੇ ਜਦੋਂ 0 ਪੁੱਟ ਕਰ ਦੋਗੇ ਤੇ ਸਾਡੇ ਕੋਲ ਸਰਕਟ ਇਕੁਏਸ਼ਨ ਕੀ ਬਣ ਜਾਏਗੀ I equal to E divided by capital R ਫਿਰ ਸਾਡੀ ਜਿਹੜੀ ਹੈ ਕਰੰਟ ਸਿਰਫ ਤੇ ਸਿਰਫ ਐਕਸਟਰਨਲ ਰੈਜ਼ਿਸਟੈਂਸ ਦੇ ਅਕੋਰਡਿੰਗ ਹੀ ਸਾਡਾ ਜਿਹੜਾ ਉਹ ਆਏਗਾ ਨਾਓ ਹੁਣ ਅਸੀਂ ਜਿਹੜਾ ਹੈ ਐਕਸਪ੍ਰੈਸ਼ਨ ਜਿਹੜਾ ਡਰਾਈਵ ਕਰਨ ਲੱਗੇ ਆ ਇੰਟਰਨਲ ਰੈਜ਼ਿਸਟੈਂਸ ਦਾ ਨਾਓ ਇੰਟਰਨਲ ਜਿਹੜੀ ਰੈਜ਼ਿਸਟੈਂਸ ਹੈ ਉਹਦੇ ਐਕਸਪ੍ਰੈਸ਼ਨ ਦੇ ਵਿੱਚ ਸਰਕਟ ਇਕੁਏਸ਼ਨ ਨੂੰ ਮੈਂ ਸਿੱਧਾ ਯੂਜ਼ ਕਰੂੰਗਾ ਤੇ ਤੁਹਾਨੂੰ ਵੀ ਜਿਹੜਾ ਹੈ ਰਿਕੁਐਸਟ ਹੈ ਕਿ ਉੱਥੇ ਤੁਸੀਂ ਇਹਨੂੰ ਡਰਾਈਵ ਨਹੀਂ ਕਰਨਾ ਇਹਨੂੰ ਤੁਸੀਂ ਡਾਇਰੈਕਟ ਜਿਹੜਾ ਹੈ ਸਿੱਧਾ ਯੂਜ਼ ਕਰ ਸਕਦੇ ਹੋ ਪਰ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹ ਇਕੁਏਸ਼ਨ ਜਿਹੜੀ ਹੈ ਬਣਦੀ ਕਿਸ ਤਰ੍ਹਾਂ ਹੈ ਨਾਓ ਕਮ ਟੂ the expression for internal resistance of the cell ਦਾ ਜਿਹੜਾ ਹੈ internal resistance ਅਸੀਂ find ਕਰਦੇ ਹਾਂ now this is the cell ਤੇ ਆ ਉਹਦੀ ਜਿਹੜੀ ਹੈ ਨਾਲ ਅਸੀਂ internal ਜਿਹੜੀ ਹੈ resistance show ਕਰ ਦਿੱਤੀ ਇਸ ਸੈੱਲ ਦੇ ਨਾਲ ਜਿਹੜਾ ਹੈ ਅਸੀਂ ਇੱਕ ਵੋਲਟ ਮੀਟਰ ਜਿਹੜਾ ਹੈ ਅਟੈਚ ਕੀਤਾ ਹੈ now ਇੱਥੇ ਜਿਹੜਾ ਹੈ ਸਰਕਟ ਓਪਨ ਰੱਖਿਆ ਗਿਆ ਤੇ ਨਾਲ ਇੱਕ ਸਾਡੀ ਜਿਹੜੀ ਹੈ ਐਕਸਟਰਨਲ ਰੈਜ਼ਿਸਟੈਂਸ R ਹੈ ਤੇ ਇਹਨਾਂ ਦੋਨਾਂ ਨੂੰ ਅਸੀਂ ਜਿਹੜਾ ਇਸ ਪੁਆਇੰਟ ਦੇ ਨਾਲ ਅਸੀਂ ਇਹਨੂੰ ਜੋੜ ਦਿੱਤਾ ਨਾਓ ਥਿਸ ਇਜ਼ ਦਾ ਓਪਨ ਸਰਕਟ ਜੇ ਸਰਕਟ ਓਪਨ ਹੈ ਕੀ ਸਰਕਟ ਵਿੱਚ ਕਰੰਟ ਫਲੋ ਕਰੇਗਾ ਨਹੀਂ ਫਲੋ ਕਰੇਗਾ ਜੇ ਕਰੰਟ ਫਲੋ ਨਹੀਂ ਕਰ ਰਿਹਾ ਤੇ ਵੋਲਟ ਮੀਟਰ ਦੀ ਜਿਹੜੀ ਰੀਡਿੰਗ ਆਏਗੀ ਹੁਣ ਜੋ ਰੀਡਿੰਗ ਵੋਲਟ ਮੀਟਰ ਦੇਗਾ that will be your EMF ਉਹ EMF ਦੇ ਇਕੁਅਲ ਹੋਏਗੀ ਅਸੀਂ ਡੈਫੀਨੇਸ਼ਨ ਲਾਸਟ ਲੈਕਚਰ ਚ ਸਟੱਡੀ ਕੀਤੀ ਕਿ EMF is the maximum potential difference between the terminal of the cell when no current is drawn from the cell ਜਦੋਂ ਕਰੰਟ ਹੀ ਨਹੀਂ ਡਰਾ ਹੋਇਆ ਤੇ ਸਾਨੂੰ ਇੰਟਰਨਲ ਰੈਜ਼ਿਸਟੈਂਸ ਕੁਝ ਨਹੀਂ ਕਹੇਗਾ ਇਹਦੇ ਕਰਕੇ ਹੀ ਸਾਡਾ ਜਿਹੜਾ ਪੋਟੈਂਸ਼ੀਅਲ 'ਚ ਫਰਕ ਪੈਂਦਾ ਹੈ ਤੇ ਜੇ ਕਰੰਟ ਨਹੀਂ ਡਰਾ ਕੀਤਾ ਤੇ ਇਹਦਾ ਮਤਲਬ ਇਸ ਟਾਈਮ ਤੇ ਜਿਹੜੀ ਵੋਲਟ ਮੀਟਰ ਰੀਡਿੰਗ ਦੇਗਾ ਉਹ ਸਾਡੀ ਹੋਏਗੀ EMF ਬਟ ਇਨ ਦਾ ਸੈਕੰਡ ਡਾਇਗਰਾਮ
what we have done, ਇੱਥੇ ਅਸੀਂ ਜਿਹੜੀ ਹੈ ਕੀ ਵਿੱਚ ਪੁੱਟ ਕਰ ਦਿੱਤੀ, ਆ ਸਾਡੇ ਕੋਲ ਹੋ ਗਿਆ ਸੈੱਲ ਤੇ ਆ ਅਗੇਨ ਅਸੀਂ ਜਿਹੜਾ ਹੈ ਵੋਲਟ ਮੀਟਰ ਇੱਥੇ ਕਨੈਕਟ ਕੀਤਾ ਹੈ ਤੇ ਨਾਲ ਸੈੱਲ ਦੀ ਜਿਹੜੀ ਹੈ ਸਾਡੇ ਕੋਲ ਇੰਟਰਨਲ ਰੈਜ਼ਿਸਟੈਂਸ ਹੈ, ਆ ਸਾਡੇ ਕੋਲ ਜਿਹੜਾ ਹੈ ਐਕਸਟਰਨਲ ਰੈਜ਼ਿਸਟੈਂਸ ਤੇ ਅਸੀਂ ਇਹਨੂੰ ਜਿਹੜਾ ਆਪਾਂ ਕਨੈਕਟ ਕਰਤਾ। ਇਹ ਸਰਕਟ ਜਿਹੜਾ ਸਾਡਾ ਹੋ ਗਿਆ ਹੁਣ ਕਲੋਜ਼ਡ। ਜੇ ਸਰਕਟ ਕਲੋਜ਼ ਹੈ ਤੇ ਇਹਦਾ ਮਤਲਬ ਹੁਣ ਸਰਕਟ ਵਿੱਚ ਕਰੰਟ ਜਿਹੜਾ ਹੈ ਉਹ ਫਲੋ ਕਰੇਗਾ ਤੇ ਕਰੰਟ ਜਿਹੜਾ ਹੈ ਉਹਦੀ ਡਾਇਰੈਕਸ਼ਨ ਪਤਾ ਸਾਨੂੰ, ਹਾਈ ਪੋਟੈਂਸ਼ੀਅਲ ਟੂ ਲੋ ਪੋਟੈਂਸ਼ੀਅਲ ਥਰੂ ਦਾ ਵਾਇਰ। ਇਧਰੋਂ ਜਿਹੜਾ ਹੈ ਕਰੰਟ ਫਲੋ ਹੋਣਾ ਸ਼ੁਰੂ ਹੋ ਗਿਆ, ਇਹਦੇ ਵਿੱਚੋਂ ਕਰੰਟ ਲੰਘ ਕੇ ਸਾਡਾ ਜਾਏਗਾ ਲਾਈਕ ਦਿਸ। ਨਾਓ ਇਹਦੇ ਵਿੱਚ ਵੋਲਟ ਮੀਟਰ ਦੀ ਰੀਡਿੰਗ EMF ਦੇ ਇਕੁਅਲ ਆ ਰਹੀ ਹੈ ਤੇ ਇਹਦੇ ਵਿੱਚ ਜਦੋਂ ਕਰੰਟ ਫਲੋ ਕਰ ਗਿਆ ਤੇ ਇੱਥੇ ਵੀ ਪੋਟੈਂਸ਼ੀਅਲ ਜਿਹੜਾ ਹੈ ਡ੍ਰੌਪ ਹੋ ਜਾਏਗਾ, ਵੇਸਟ ਹੋ ਜਾਏਗਾ ਤੇ ਇੱਥੇ ਜਿਹੜੀ ਹੈ ਸਾਡੇ ਕੋਲ ਰੀਡਿੰਗ ਜਿਹੜੀ ਆਏਗੀ ਡੈਟ ਵਿਲ ਬੀ ਟਰਮੀਨਲ ਪੋਟੈਂਸ਼ੀਅਲ ਡਿਫਰੈਂਸ। ਇਹਨੂੰ ਅਸੀਂ ਜਿਹੜਾ ਹੈ ਟਰਮੀਨਲ ਪੋਟੈਂਸ਼ੀਅਲ ਡਿਫਰੈਂਸ ਕਹਿੰਦੇ ਹਾਂ। ਲਾਸਟ ਲੈਕਚਰ ਵਿੱਚ ਅਸੀਂ EMF ਤੇ ਪੋਟੈਂਸ਼ੀਅਲ ਡਿਫਰੈਂਸ ਬਾਰੇ ਸਟੱਡੀ ਕੀਤਾ, ਉੱਥੇ ਜਿਹੜਾ ਹੈ ਇੱਕ ਵਰਡ ਸ਼ਾਇਦ ਮੈਂ ਨਹੀਂ ਬੋਲਿਆ, ਟਰਮੀਨਲ ਪੋਟੈਂਸ਼ੀਅਲ ਡਿਫਰੈਂਸ। ਉੱਥੇ ਕੱਲਾ ਅਸੀਂ ਪੋਟੈਂਸ਼ੀਅਲ ਡਿਫਰੈਂਸ ਕਿਹਾ, ਵੈਸੇ ਹੁੰਦਾ ਕੀ ਹੈ ਪੂਰਾ ਵਰਡ ਟਰਮੀਨਲ ਪੋਟੈਂਸ਼ੀਅਲ ਡਿਫਰੈਂਸ ਸਾਡਾ ਜਿਹੜਾ ਆਏਗਾ ਉਹ V ਦੇ ਇਕੁਅਲ ਹੋਏਗਾ। ਤੇ ਅਸੀਂ ਜਿਹੜਾ ਪਿੱਛੇ ਸਟੱਡੀ ਕੀਤਾ ਸੀ ਕਿ ਜਦੋਂ ਕਰੰਟ ਫਲੋ ਹੋ ਗਿਆ, ਬੈਟਰੀ ਡਿਸਚਾਰਜ ਹੋਣ ਸ਼ੁਰੂ ਹੋ ਗਈ, ਇਹਨਾਂ ਵਿੱਚੋਂ ਕਿਹਦੀ ਵੈਲਿਊ ਵੱਡੀ ਹੋਏਗੀ? ਸਾਨੂੰ ਪਤਾ ਹੈ EMF ਵੱਡਾ ਹੋਏਗਾ ਤੇ ਪੋਟੈਂਸ਼ੀਅਲ ਡਿਫਰੈਂਸ ਸਾਡਾ ਜਿਹੜਾ ਹੈ ਉਹ ਸਮਾਲ ਹੋਏਗਾ ਤੇ ਇਹ ਫਾਰਮੂਲਾ ਅਸੀਂ ਪ੍ਰੂਵ ਕੀਤਾ ਸੀ ਕਿ V E IR। potential difference means terminal potential difference between the two electrode is equal to ਜਿੰਨੀ ਸਾਡੀ EMF ਹੈ ਵਿੱਚੋਂ ਅਸੀਂ ਮਾਈਨਸ ਕਰ ਦਾਂਗੇ ਜਿੰਨਾ ਸਾਡਾ ਪੋਟੈਂਸ਼ੀਅਲ ਡ੍ਰੌਪ ਹੋ ਗਿਆ ਇੰਟਰਨਲ ਰੈਜ਼ਿਸਟੈਂਸ ਤੇ, ਜਿੰਨਾ ਇਹਨੇ ਵੇਸਟ ਕਰਤਾ ਉਹ ਵਿੱਚੋਂ ਮਾਈਨਸ ਹੋ ਜਾਏਗਾ ਤੇ ਬਾਕੀ ਸਾਡੇ ਕੋਲ ਬਚੇਗਾ ਟਰਮੀਨਲ ਪੋਟੈਂਸ਼ੀਅਲ ਡਿਫਰੈਂਸ। ਨਾਓ ਆਓ ਇਸ ਨੂੰ ਜਿਹੜਾ ਹੈ ਅਸੀਂ ਹੁਣ ਪ੍ਰੂਵ ਕਰਦੇ ਹਾਂ ਆਰਟੀਕਲ। ਬਾਕੀ ਆਰਟੀਕਲ ਤੇ ਬਹੁਤ ਹੀ ਜਿਹੜਾ ਹੈ ਈਜ਼ੀ ਹੈ ਪ੍ਰੂਵ ਕਰਨਾ। ਸਭ ਨਾਲੋਂ ਪਹਿਲਾਂ ਤੁਸੀਂ ਇਹ ਦੋ ਡਾਇਗਰਾਮਸ ਜਿਹੜੀਆਂ ਉੱਥੇ ਬਣਾਉਣੀਆਂ ਨੇ, ਇੱਕ ਓਪਨ ਸਰਕਟ ਦੀ, ਇੱਕ ਸਾਡੀ ਆ ਗਈ ਕਲੋਜ਼ ਸਰਕਟ ਦੀ। ਫਿਰ ਲਿਖਣਾ ਹੈ ਉੱਥੇ ਥੋੜਾ ਜਿਹਾ, if the circuit is open as shown in figure then no current is flowing, as a result the voltmeter reads ਕੀ read ਕਰੇਗਾ the EMF, but in the second diagram we are showing the closed circuit, therefore the current will start flowing, as a result the voltmeter reads as the terminal potential difference. Now we know that ਸਾਨੂੰ ਕੀ ਪਤਾ ਹੈ, circuit equation is given by circuit equation ਕਿਹੜੀ ਹੈ? ਕਰੰਟ ਦੀ ਜਿਹੜੀ ਹੈ ਇਕੁਏਸ਼ਨ ਕਿੰਨੀ ਹੈ ਅਸੀਂ ਪ੍ਰੂਵ ਕੀਤਾ E/R plus R। ਇਹ ਸਾਡੀ ਹੋ ਗਈ ਸਰਕਟ ਇਕੁਏਸ਼ਨ, I is equal to E/R plus R। ਇਹਨੂੰ ਤੁਸੀਂ ਵਿੱਚ ਯੂਜ਼ ਕਰਨਾ ਹੈ ਤੇ ਯੂਜ਼ ਕਰ ਵੀ ਸਕਦੇ ਆ, ਅਦਰਵਾਈਜ਼ ਤੁਸੀਂ ਇਹਨਾਂ ਲਿਖਣਾ ਜ਼ਰੂਰ ਹੈ ਕਿ ਸਾਡੇ ਕੋਲ ਸਰਕਟ ਵਿੱਚ ਇੰਨਾ ਕਰੰਟ ਜਿਹੜਾ ਹੈ ਸਾਡੇ ਕੋਲ ਉਹ ਫਲੋ ਕਰ ਰਿਹਾ ਹੈ। ਇਹ ਕਰੰਟ ਦੀ ਸਾਡੀ ਜਿਹੜੀ ਹੈ ਉਹ ਵੈਲਿਊ ਹੈ। ਨਾਓ ਆਲਸੋ we have V equal to E minus IR। ਇਹ ਵੀ ਤੁਸੀਂ ਜਿਹੜਾ ਹੈ ਫਾਰਮੂਲਾ ਅਸੀਂ ਪੜਿਆ ਕਿ ਸਾਡੇ ਕੋਲ V ਦੀ ਵੈਲਿਊ E minus IR, ਕਿਉਂਕਿ ਪੋਟੈਂਸ਼ੀਅਲ ਡਿਫਰੈਂਸ ਜਿਹੜਾ ਹੈ ਲੈਸ ਦੈਨ EMF। ਕੋਈ ਸਟੂਡੈਂਟ ਮੈਨੂੰ ਦੱਸ ਸਕਦਾ ਹੈ ਇੱਥੇ ਪਲੱਸ ਕਦੋਂ ਆਉਂਦਾ ਹੈ? ਜੇ ਨਹੀਂ ਪਤਾ ਤੇ ਪਿਛਲਾ ਲੈਕਚਰ ਚੰਗੀ ਤਰ੍ਹਾਂ ਦੇਖੋ, ਮੈਂ ਦੱਸ ਦਿੰਦਾ ਵੈਸੇ ਕਿ ਜਦੋਂ ਸੈੱਲ ਦੀ ਚਾਰਜਿੰਗ ਹੁੰਦੀ ਹੈ, ਜਦੋਂ ਕਰੰਟ ਪੋਜ਼ਿਟਿਵ ਟਰਮੀਨਲ ਦੇ ਅੰਦਰ ਨੂੰ ਐਂਟਰ ਕਰਦਾ ਹੈ, ਸੈੱਲ ਦੀ ਚਾਰਜਿੰਗ ਹੁੰਦੀ ਹੈ ਕਿਸੇ ਬਾਹਰੋਂ ਐਕਸਟਰਨਲ ਸੋਰਸ ਤੋਂ, ਉਦੋਂ ਜਿਹੜਾ ਕਰੰਟ ਆਪੋਜੀਟ ਹੋਣ ਕਰਕੇ
ਸਾਡੇ ਕੋਲ ਜਿਹੜਾ ਇੱਥੇ ਪਲੱਸ ਆਂਦਾ ਹੈ ਤੇ ਪੋਟੈਂਸ਼ੀਅਲ ਡਿਫਰੈਂਸ ਜਿਹੜਾ ਹੈ ਟਰਮੀਨਲ ਉਹ EMF ਤੋਂ ਜ਼ਿਆਦਾ ਹੋ ਜਾਂਦਾ ਹੈ। ਤਦੇ ਮੈਂ ਕਿਹਾ ਸੀ ਕਿ ਲਾਸਟ ਲੈਕਚਰ ਜਿਹੜਾ ਹੈ ਉਹਨੂੰ ਚੰਗੀ ਤਰ੍ਹਾਂ ਦੇਖੋ, ਵੈਰੀ ਜਿਹੜਾ ਹੈ ਉਹ ਸਾਡਾ ਇੰਪੋਰਟੈਂਟ ਲੈਕਚਰ ਹੈ। ਨਾਓ V is equal to E minus IR, ਇਹਦੇ ਵਿੱਚੋਂ ਅਸੀਂ ਜਿਹੜਾ ਹੈ IR ਦੀ ਵੈਲਿਊ ਜਿਹੜੀ ਆਪਾਂ ਨਿਕਾਲਣ ਲੱਗੇ ਆ ਤੇ ਸਾਡੇ ਕੋਲ ਕੀ ਆਏਗਾ ਜਦੋਂ ਵੈਲਿਊ ਨਿਕਾਲੋਗੇ IR ਦੀ, then we get IR is equal to, ਇਹਨੂੰ ਉਧਰ ਲੈ ਜਾਓ, it will become E minus V. This is equation number 2. ਇਹ ਸਾਡੀ ਜਿਹੜੀ ਹੈ equation number 2 ਆ ਗਈ। Now here what is V? This is the terminal potential difference. ਇਹ ਸਾਡਾ terminal potential difference ਹੈ ਜਿਹੜਾ ਮੈਂ ਪਿੱਛੇ ਅੱਜ ਦੇ ਲੈਕਚਰ 'ਚ ਸਰਕਟ ਇਕੁਏਸ਼ਨ ਡਰਾਈਵ ਕੀਤੀ ਸੀ। ਇੱਥੇ ਅਸੀਂ ਇੱਕ ਪੁਆਇੰਟ ਮਾਰਕ ਕੀਤਾ ਸੀ A, ਇੱਥੇ ਵੀ ਸਾਡੇ ਕੋਲ A ਸੀਗਾ, ਇੱਥੇ ਪੁਆਇੰਟ B ਸੀ ਤੇ ਇੱਥੇ ਵੀ ਮੈਂ B ਸਮਝਾਇਆ ਸੀ ਤੁਹਾਨੂੰ ਹੁਣੇ। ਜਿੰਨਾ ਟਰਮੀਨਲ ਪੋਟੈਂਸ਼ੀਅਲ ਡਿਫਰੈਂਸ ਆ ਸੈੱਲ ਦੇ ਉੱਪਰ ਹੈ ਉਹ ਕਿਹਦੇ ਇਕੁਅਲ ਹੋਏਗਾ, ਜਿੰਨਾ ਟਰਮੀਨਲ ਪੋਟੈਂਸ਼ੀਅਲ ਡਿਫਰੈਂਸ ਹੈ R ਦੇ ਉੱਪਰ ਹੈ। ਇਹਦਾ ਪੋਟੈਂਸ਼ੀਅਲ ਡਿਫਰੈਂਸ ਤੇ ਇਹਦਾ ਪੋਟੈਂਸ਼ੀਅਲ ਡਿਫਰੈਂਸ ਜਿਹੜਾ ਹੈ ਇਕੁਅਲ ਹੈ। ਇੱਥੇ ਕਿੰਨਾ ਪੈਦਾ ਹੁੰਦਾ ਹੈ ਪੋਟੈਂਸ਼ੀਅਲ ਡਿਫਰੈਂਸ, ਸਾਨੂੰ ਪਤਾ ਹੈ ਕਰੰਟ ਨਿਕਲ ਗਿਆ ਵਿੱਚੋਂ ਤੇ ਸਾਡੇ ਕੋਲ ਪੋਟੈਂਸ਼ੀਅਲ ਡਿਫਰੈਂਸ ਇੱਥੇ ਕਿੰਨਾ ਹੈ IR। ਇਹਦਾ ਮਤਲਬ ਇੱਥੇ ਵੀ ਸਾਡਾ ਪੋਟੈਂਸ਼ੀਅਲ ਡਿਫਰੈਂਸ ਜਿਹੜਾ ਹੋਏਗਾ ਉਹ IR ਦੇ ਇਕੁਅਲ ਹੀ ਹੋਏਗਾ। Therefore we have V equal to IR. This is equation number 3. ਸਾਡੇ ਕੋਲ ਜਿਹੜਾ ਹੈ V ਦੀ ਵੈਲਿਊ ਜਿਹੜੀ ਹੈ IR ਦੇ ਇਕੁਅਲ ਵੀ ਹੈ। ਇਹਦੇ ਅਕੋਰਡਿੰਗ ਤੁਸੀਂ ਪ੍ਰੂਵ ਕਰ ਲਿਆ। ਨਾਓ ਇਕੁਏਸ਼ਨ ਨੰਬਰ 2 ਨੂੰ ਇਕੁਏਸ਼ਨ ਨੰਬਰ 3 ਦੇ ਨਾਲ ਅਸੀਂ ਜਿਹੜਾ ਹੈ ਡਿਵਾਈਡ ਕਰ ਦਾਂਗੇ। IR ਵਾਲੀ ਟਰਮ ਇੱਧਰ ਲਿਖਾਂਗੇ, ਇਹਨੂੰ ਮੈਂ ਉਲਟ ਕਰ ਦਿੰਦਾ, V IR ਤੇ IR ਦੀ ਵੈਲਿਊ ਸਾਡੇ ਕੋਲ ਕੀ ਆ ਗਈ V। ਨਾਓ ਡਿਵਾਈਡ ਕਰ ਦੋ, ਇੱਥੇ ਲਿਖਣਾ ਨਾਲ ਅਸੀਂ dividing 2 by 3 we get ਕੀ ਆਏਗਾ ਸਾਡੇ ਕੋਲ IR divided by capital IR is equal to I ਨਾ I ਸਾਡਾ ਜਿਹੜਾ ਹੈ ਉਹ ਕੈਨਸਲ ਹੋ ਜਾਏਗਾ ਤੇ ਸਾਡੇ ਕੋਲ ਕੀ ਬਚਿਆ, ਇਧਰੋਂ ਆ ਜਾਏਗਾ E minus V divided by V। ਸਾਡੇ ਕੋਲ ਜਿਹੜੀ ਹੈ ਇਕੁਏਸ਼ਨ ਹੁਣ ਤੁਹਾਡੇ ਕੋਲ ਬਚ ਜਾਏਗੀ R divided by capital R is equal to E minus V over V। R ਨੂੰ ਜਿਹੜਾ ਕ੍ਰਾਸ ਮਲਟੀਪਲਾਈ ਕਰਕੇ ਜਿਹੜਾ ਹੈ ਅਸੀਂ ਉੱਪਰ ਲੈ ਜਾਂਦੇ ਆ, R is equal to E minus V over V। ਇਹਨੂੰ ਇੱਕ ਬ੍ਰੈਕਟ ਚ ਪਾ ਕੇ ਮਲਟੀਪਲਾਈ ਬਾय R, ਉੱਪਰ ਮਲਟੀਪਲਾਈ ਕਰ ਦਿੱਤਾ। ਨਾਓ ਜਿਹੜਾ ਡਿਨੋਮੀਨੇਟਰ ਹੈ ਇਸ ਨੂੰ ਅਸੀਂ ਵੱਖਰਾ ਕਰ ਦਿੰਦੇ ਆ, R is equal to E over V। ਆ ਵੀ ਵੱਖਰਾ ਹੋ ਜਾਏਗਾ, ਮਾਈਨਸ V over V ਕਰੋਗੇ ਤਾਂ ਸਾਡੇ ਕੋਲ ਜਿਹੜਾ ਕੈਨਸਲ ਹੋ ਕੇ 1 into R। This is the expression for internal resistance of the cell। ਇਹ ਸਾਡਾ ਜਿਹੜਾ ਹੈ ਸੈੱਲ ਦਾ ਇੰਟਰਨਲ ਰੈਜ਼ਿਸਟੈਂਸ ਹੈ। ਨਾਓ it is very important article ਤੇ ਪੇਪਰ ਦੇ ਵਿੱਚ ਕੁਐਸਚਨ ਕਿਸ ਤਰ੍ਹਾਂ ਦਾ ਆਂਦਾ ਹੈ ਉਹ ਨੋਟ ਕਰ ਲਓ। ਕੁਐਸਚਨ ਆਂਦਾ ਹੈ what do you mean by internal resistance of the cell। ਪਹਿਲਾਂ ਤੇ ਸੈੱਲ ਦੇ ਇੰਟਰਨਲ ਰੈਜ਼ਿਸਟੈਂਸ ਦੀ ਅਸੀਂ ਡੈਫੀਨੇਸ਼ਨ ਲਿਖਾਂਗੇ। ਉਸ ਤੋਂ ਬਾਅਦ ਨਾਲ ਪੁੱਛਿਆ ਜਾਂਦਾ ਹੈ what are the factors on which internal resistance depends upon। ਕਿਹੜੇ ਫੈਕਟਰ ਤੇ ਡਿਪੈਂਡ ਕਰਦਾ ਹੈ, ਨੇਚਰ ਆਫ ਇਲੈਕਟ੍ਰੋਲਾਈਟ ਤੇ ਡਿਪੈਂਡ ਕਰਦਾ ਹੈ, ਨੇਚਰ ਆਫ ਇਲੈਕਟ੍ਰੋਡ ਦੇ ਉੱਪਰ ਡਿਪੈਂਡ ਕਰਦਾ ਹੈ। ਇਸ ਤੋਂ ਜਿਹੜਾ ਇਲਾਵਾ ਸਾਡੇ ਕੋਲ ਜਿਹੜਾ ਹੈ ਦੋ ਜਿਹੜੇ ਇਲੈਕਟ੍ਰੋਡਸ ਨੇ ਉਹਨਾਂ ਵਿੱਚ ਕਿੰਨਾ ਡਿਸਟੈਂਸ ਹੈ ਉਹਦੇ ਉੱਪਰ ਵੀ ਜਿਹੜਾ ਹੈ ਇਹ ਡਿਪੈਂਡ ਕਰਦਾ ਹੈ। ਇਹਦੇ ਬਾਰੇ ਵੀ ਤੁਸੀਂ ਪਹਿਲਾਂ ਲਿਖੋਗੇ ਕਿਹੜੇ ਫੈਕਟਰ ਉੱਪਰ ਹੈ ਡਿਪੈਂਡ ਕਰਦਾ ਹੈ। ਉਸ ਤੋਂ ਬਾਅਦ ਜਿਹੜਾ ਹੈ ਕੁਐਸਚਨ ਆਉਂਦਾ ਹੈ ਡਰਾਈਵ ਐਨ ਐਕਸਪ੍ਰੈਸ਼ਨ ਫॉर ਇੰਟਰਨਲ ਰੈਜ਼ਿਸਟੈਂਸ। ਤੇ ਜਿਹੜਾ ਆਰਟੀਕਲ ਜਿਹੜਾ ਤੁਸੀਂ ਇਹ ਬਣਾਇਆ ਤੇ ਦੋ ਡਾਇਗਰਾਮਸ ਦੇ ਥਰੂ ਤੁਸੀਂ ਜਿਹੜਾ ਇਹਨੂੰ ਪ੍ਰੂਵ ਕਰਨਾ ਹੈ ਤੇ ਸਰਕਟ ਇਕੁਏਸ਼ਨ ਜਿਹੜੀ ਹੈ ਉਹ ਆਰਟੀਕਲ ਦੇ ਵਿੱਚ ਡਰਾਈਵ ਅਸੀਂ ਨਹੀਂ ਕਰਾਂਗੇ। ਨਾਓ ਵਾਟ ਇਜ਼ ਦਾ ਫਾਰਮੂਲਾ ਫॉर ਸਰਕਟ ਇਕੁਏਸ਼ਨ, I is equal to E over R plus R।
ਕਿਸ ਸੈੱਲ ਦੀ ਇੰਟਰਨਲ ਰੈਜ਼ਿਸਟੈਂਸ ਜਿਹੜੀ ਜ਼ਿਆਦਾ ਹੁੰਦੀ ਹੈ, ਫਰੈਸ਼ਲੀ ਪ੍ਰਿਪੇਅਰਡ ਕਿ ਜਿਹੜਾ ਸੈੱਲ ਲੌਂਗ ਅਸੀਂ ਯੂਜ਼ 'ਚ ਵਰਤਦੇ ਪਏ ਆ। ਜਿਹੜਾ ਸੈੱਲ ਫਰੈਸ਼ਲੀ ਪ੍ਰਿਪੇਅਰਡ ਹੁੰਦਾ ਹੈ ਉਹਦੀ ਜਿਹੜੀ ਇੰਟਰਨਲ ਰੈਜ਼ਿਸਟੈਂਸ ਬੜੀ ਘੱਟ ਹੁੰਦੀ ਹੈ, ਤੇ ਜਿਉਂ-ਜਿਉਂ ਸੈੱਲ ਨੂੰ ਵਰਤਦੇ ਜਾਂਦੇ ਆ ਉਹਦੀ ਇੰਟਰਨਲ ਰੈਜ਼ਿਸਟੈਂਸ ਜਿਹੜੀ ਹੈ ਉਹ ਵੱਧਦੀ ਜਾਂਦੀ ਹੈ। ਤੇ ਇੰਟਰਨਲ ਰੈਜ਼ਿਸਟੈਂਸ ਦਾ ਯੂਨਿਟ ਕੀ ਹੋਏਗਾ? ਜੋ ਰੈਜ਼ਿਸਟੈਂਸ ਦਾ ਯੂਨਿਟ ਹੈ ਸੋ ਹੀ ਸਾਡਾ ਜਿਹੜਾ ਹੈ ਇੰਟਰਨਲ ਰੈਜ਼ਿਸਟੈਂਸ ਦਾ ਵੀ ਜਿਹੜਾ ਹੈ ਉਹ ਸਾਡਾ ਯੂਨਿਟ ਆਏਗਾ, ਸੇਮ ਯੂਨਿਟ ਆਏਗਾ। ਇਹਦਾ ਵੀ ਯੂਨਿਟ ਸਾਡੇ ਕੋਲ ਜਿਹੜਾ ਹੈ ਉਹ ਓਮ ਹੀ ਆਏਗਾ। ਨਾਓ ਇਸ ਤੋਂ ਅੱਗੇ ਜਿਹੜੀ ਡਿਸਕਸ਼ਨ ਜਿਹੜੀ ਹੈ ਅਸੀਂ ਉਹ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ। ਥੈਂਕ ਯੂ।